जी अस्सलाम वालेकुम बिस्मिल्लाहिर्रहमानिर्रहीम। सब तो पहले मैं समीउल्ला ਤੁਸੀਂ ਵੇਖ ਰਹੇ ਹੋ ਡੇਲੀ ਵਲੌਗਸ। ਅੱਜ ਅਸੀਂ ਮਤਲਬ ਆਪਣੀ ਦੁਕਾਨ ਤੇ ਹੀ ਬੈਠੇ ਸਾਂ ਤੇ ਸਾਡੇ ਕੋਲ ਕੋਈ ਯਾਨੀ ਕਿ ਸੈਟਅਪ ਨਹੀਂ ਸੀ ਹੈ, ਕਿਉਂਕਿ ਕੱਲ ਦੀ ਤੁਹਾਨੂੰ ਪਤਾ ਹੈ ਰਾਜੇ ਨਾਲ ਲੜਾਈ ਹੋਈ, ਜਿਹੜੀ ਗੱਲ ਵੀ ਹੋਈ ਹੈ, ਲਿਹਾਜ਼ਾ ਅੱਜ ਉਹ ਕੁਛ ਵਿੱਚ ਗੱਡੀ ਕੋਲ ਗਏ ਸੀ ਲੇਕਿਨ ਰਾਜਾ ਲੱਭਾ ਨਹੀਂਗਾ। ਗੱਡੀ ਲੈਣਾ ਅੱਜ ਵੀ ਗਏ ਸੀ ਰਾਜਾ। ਗਏ ਸੋ ਤੁਸੀਂ? ਹਾਂਜੀ। ਤੁਸੀਂ ਮੈਨੂੰ ਦੱਸਿਆ ਹੀ ਕੋਈ ਨਹੀਂ ਯਾਰ। ਨਹੀਂ ਤੂੰ ਉਸ ਟਾਈਮ ਵੀ ਤਾਂ ਕੋਈ ਸੀ ਗਾਹਕ ਗੱਡੀ ਲੈਣ ਗਏ ਲੇਕਿਨ ਰਾਜਾ ਲੱਭਾ ਕੋਈ ਨਹੀਂਗਾ। ਅੱਛਾ। ਰੋਂਗ ਵਸੀਮ ਭਾਈ ਵੀ ਕਿਤੇ ਗਏ ਨੇ, ਮਤਲਬ ਮਸਲਾ ਬਣੇ ਤੋਂ ਕਿਤੇ ਗਏ ਨੇ, ਜਿਹੜਾ ਵੀਡੀਓ ਚ ਨਹੀਂ ਆ ਸਕਦੇ ਹੋ। ਵਸੀਮ ਭਾਈ ਕਿਤੇ ਗਏ ਨੇ ਲੇਕਿਨ ਰਾਜੂ ਗਏ ਲੇਕਿਨ ਲੱਭਾ। ਦੀਨ ਭਾਈ ਕਹਿ ਰਹੇ ਕਿ ਵਸੀਮ ਭਾਈ ਕਿਤੇ ਗਏ ਨੇ ਤੇ ਇਹ ਕਿਤੇ ਗਏ ਨੇ ਰਾਜੇ ਕੋਲ ਅੱਜ ਫੇਰ ਗੱਡੀ ਵੇਖਣ ਵਾਸਤੇ ਤੇ ਲੇਕਿਨ ਉਹ ਲੱਭਾ ਕੋਈ ਨਹੀਂ। ਮੈਂ ਬਿਜ਼ੀ ਸਾਂ ਤਾਂ ਕਰਕੇ ਅੱਜ ਮਤਲਬ ਨਹੀਂ ਆ ਸਕੇ ਤੇ ਨਾ ਹੀ ਉਹ ਵਲੌਗ ਦੇ ਵਿੱਚ ਲੈ ਕੇ ਆਉਣਾ, ਕਿਉਂਕਿ ਹੋਰ ਮੁੰਡੇ ਗਏ ਹਨ ਵਿੱਚ। ਤੇ ਅੱਜ ਅਸੀਂ ਇੱਕ ਦੋਸਤ ਨੂੰ ਕਾਲ ਕੀਤੀ, ਉਹਨੇ ਮਤਲਬ ਆਪਣਾ ਛੋਟੇ ਜਿਹੇ ਸੈਟਅਪ ਤੋਂ ਕੰਮ ਸ਼ੁਰੂ ਕੀਤਾ, ਕੋਈ ਮਤਲਬ ਬੱਕਰੀਆਂ ਵਗੈਰਾ ਦਾ, ਗਾਵਾਂ ਵਗੈਰਾ ਦਾ। ਅੱਜ ਤੁਹਾਨੂੰ ਵਿਜ਼ਿਟ ਕਰਾਵਾਂਗੇ ਉਹਨਾਂ ਨਾਲ। ਤੇ ਮੇਰੇ ਨਾਲ ਨੇ ਅਦੀਲ ਭਾਈ, ਨਾਲ ਸ਼ਰਾਜ਼ ਭਾਈ ਨੇ, ਇਹ ਸਾਡੇ ਬੜੇ ਅੱਛੇ ਦੋਸਤ ਨੇ। ਹੋਰ ਸ਼ਰਾਜ਼ ਭਾਈ ਕੀ ਹਾਲ, ਠੀਕ ਹੋ? ਵੀ ਐਸੇ ਠੀਕ ਹੈ। ਮੈਂ ਸਰਪ੍ਰਾਈਜ਼ ਵੀ ਆ ਵੀਵਰਾਂ ਵਾਸਤੇ ਨਾ। ਅੱਛਾ, ਤੇ ਸਰਪ੍ਰਾਈਜ਼ ਵੀ ਤੁਹਾਡੇ ਨਾਲ ਬਈ ਹੋਏਗਾ ਇਨਸ਼ਾਅੱਲਾ ਤਾਲਾ। ਤੇ ਬਾਕੀ ਫਿਰ ਉੱਥੇ ਜਾ ਕੇ ਗੱਲਬਾਤ ਕਰਨੇ ਕਿ ਉਹਨਾਂ ਨੇ ਕਿੰਨੇ ਪੈਸਿਆਂ ਨੂੰ ਕੀ ਕੰਮ ਸਟਾਰਟ ਕੀਤਾ ਤੇ ਜਾ ਕੇ ਉਹਦੇ ਤੁਹਾਨੂੰ ਸ਼ੇਅਰ ਕਰਨੇ। ਬੰਦਾ ਬਹੁਤ ਜ਼ਿਆਦਾ ਗਰੀਬ ਸੀ। ਅੱਛਾ। ਬੰਦਾ ਬਹੁਤ ਤੇਰੇ ਕੋਲ ਜਾਣਾ ਹੈ? ਹਾਂਜੀ ਉਹ ਜਾਣਾ ਵਾ। ਅੱਛਾ। ਬੰਦਾ ਬਹੁਤ ਗਰੀਬ, ਮਾਂ ਪਿਓ ਨੂੰ ਘਰੋਂ ਕੱਢਤਾ ਸੀ। ਹਾਂ। ਮਾਂ ਪਿਓ ਨੂੰ ਘਰੋਂ ਕੱਢਤਾ ਨਾ ਤੇ ਉਹ ਚਲਾ ਗਿਆ ਸੀ ਹੋਰ ਪਾਸੇ। ਉੱਥੇ ਬੰਦਾ ਨੂੰ ਮਾਲਕ ਨੇ ਬੱਕਰੀਆਂ ਵਗੈਰਾ ਚਾਰਦਾ ਹੁੰਦਾ ਸੀ, ਉਹਦੀਆਂ ਫਿਰ ਉਹ ਬੱਕਰੀਆਂ ਚਾਰਨ ਲੱਗ ਗਿਆ ਉਹ ਬੰਦਾ। ਅੱਛਾ। ਠੀਕ ਹੈ। ਉਹ ਬੱਕਰੀਆਂ ਤੋਂ ਮਾਲਕ ਨੂੰ ਰਹਿਮ ਦੇ ਲਿਆ, ਉਹਨੂੰ 2 ਬੱਕਰੀਆਂ ਸਿਰਫ ਉਹ ਦੇ ਦਿੱਤੀਆਂ ਤਨਖਾਹ 'ਚ। ਅੱਛਾ। ਠੀਕ ਆ। ਤੇਰੇ ਆਪਣੇ ਰੱਖ ਲਿਆ ਸੀ ਐਸ ਤੈਸ ਤਾਂ ਉਹਨੇ ਮਾਸ਼ਾਅੱਲਾ ਐਸਾ ਸੈਟਅਪ ਕੀਤਾ ਵਾ ਐਸ ਟਾਈਮ ਪੂਰੇ ਚੱਕ ਨਹੀਂ ਉਹ ਉਹਨਾਂ ਨੇ ਪੂਰ ਨਹਿਰ ਦੇ ਰਾਹ ਸਹੀ ਜ਼ਬਰਦਸਤ ਰਕਬਾ ਲਿਆ ਸਾਰਾ ਲਿਆ ਵਾ। ਮਾਲ ਡੰਗਰ ਚਾਲ ਤੁਹਾਨੂੰ ਪਾਉਂਦੇ ਆ ਮਾਸ਼ਾਅੱਲਾ ਕਿੰਨਾ ਮਾਲ ਡੰਗਰ ਆ। ਅੱਛਾ। ਰਕਬਾ ਉਹਨੇ ਸਾਰਾ ਲੈ ਲਿਆ। ਮੈਨੂੰ ਉਹ ਦਿਨ ਦੂਸਰਾ ਮੁੰਡਾ ਕਹਿਣ ਡਿਆ ਸੀ ਨਾ ਉਹਦੇ ਕੋਲ ਚੱਲਨੇ ਆ ਜੀ, ਉਹ ਬੜਾ ਸੈਟਅਪ ਬਣਿਆ, ਉਹ ਦੇਖ ਕੇ ਆਉਨੇ ਆ। ਤੋਂ ਅੱਜ ਥੋੜਾ ਬੋਰੀ ਕਾਲ ਆ ਗਈ ਯਾਰ ਮੇਰੇ ਕੋਲ ਆਓ। ਇਸ ਟਾਈਮ ਉਹ ਕਾਰਾਂ ਕੋਠੀ ਹਰ ਚੀਜ਼ ਉਹਨੂੰ ਲਾ ਦੇ। ਵਾਹ ਜੀ ਵਾਹ। ਛੋਟੇ ਸੈਟਅਪ। ਚਲੋ ਜੀ ਵੀਵਰਸ ਫਿਰ ਇਕੱਠੇ ਚੱਲਨੇ ਆ ਉਹਦੇ ਕੋਲ, ਵੇਖਨੇ ਆ ਕੀ ਹਿਸਾਬ ਦਾ ਵੇ। ਜਿਵੇਂ ਦੀਲ ਭਾਈ ਕਹਿ ਰਹੇ ਨੇ ਅੱਲਾਹ ਪਾਕ ਉਹਨੂੰ ਹੋਰ ਤਰੱਕੀ ਦੇ ਤੇ ਫਿਰ ਨਾਲ ਨਾਲ ਇਕੱਠੇ ਅਸੀਂ ਨਿਕਲ ਪਏ ਹਾਂ। ਹੁਣ ਜੀ ਅਸੀਂ ਜਾ ਰਹੇ ਹਾਂ ਉਹ ਬੰਦੇ ਵੱਲ। ਸਾਡੇ ਕੋਲ ਅੱਜ ਮੋਟਰਸਾਈਕਲ ਵੀ ਸਾਡੇ ਕੋਲ ਨਹੀਂ ਹੈ, ਕਿਉਂਕਿ ਆ ਮੋਟਰਸਾਈਕਲ ਪੁਰਾਣੀ ਜਾਈ। ਦੀਲ ਆਰਾਮ ਨਾਲ ਚਲਾ, ਮੈਨੂੰ ਲੱਗਦਾ ਨਹੀਂ ਤੋੜ ਅਪੜੇਗੀ। ਚਲੋ ਲੱਗ ਜਾਂਦਾ ਪਤਾ ਭਾਈ ਜਾਂਦੀ ਕਿ ਮੇਰੇ ਖਿਆਲ ਨਾਲ ਤਾਂ ਨਹੀਂ ਜਾਣੀ ਹੈ। ਨਹੀਂ ਚੱਲ ਜਾਣੀ ਹੈ ਚਲੇ ਜਾਏਗੀ। ਨਹੀਂ ਇੱਕ ਹੁਣ ਟਾਇਰ ਪਬਲਿਕ ਤੇ ਨਹੀਂ ਕਰਨ ਡਿਆ ਜਿਹੜਾ ਕਿ ਕਿਰਾਏ ਪੁਸ਼ ਕਰਾਏ ਆ। ਨਹੀਂ ਨਹੀਂ ਬਿਲਕੁਲ ਠੀਕ। ਚਲੋ ਜੀ ਅਸੀਂ ਹੁਣ ਜਾ ਰਹੇ ਹਾਂ ਉਹਦੇ ਕੋਲ, ਜਾ ਕੇ ਫਿਰ ਵੇਖਦੇ ਹਾਂ ਯਾਰ ਇੱਕ ਛੋਟੇ ਜਿਹੇ ਕੰਮ ਤੋਂ ਬੰਦੇ ਨੇ ਮਤਲਬ ਤਰੱਕੀ ਕੀਤੀ ਹੈ, ਇੰਨਾ ਤੱਕ ਅਰੂਜ ਤੇ ਪਹੁੰਚਿਆ। ਅੱਲਾਹ ਪਾਕ ਨੂੰ ਹੋਰ ਤਰੱਕੀਆਂ ਦੇ। ਸਾਨੂੰ ਦਿਲੀ ਖੁਸ਼ੀ ਮਤਲਬ ਯਾਰ ਸਾਡਾ ਭਰਾ ਹੈ, ਅਸੀਂ ਮਤਲਬ ਸ਼ੁਰੂਆਤ ਦੇਖੀ ਇੱਕ ਮੋਟਰਸਾਈਕਲ ਆਉਣ ਡੇ ਵਲੌਗ ਵਿੱਚ ਹੀ ਨਾ ਰਹਿ ਜਾਏ ਕਿਤੇ। ਤੇ ਸਾਡਾ ਭਰਾ ਹੈ ਉਹ ਭਰਾ, ਤੇ ਅੱਲਾਹ ਪਾਕ ਨੂੰ ਤਰੱਕੀਆਂ ਦੇ। ਬਾਕੀ ਜਾ ਜੀ ਸਾਡੇ ਨਾਲ ਸ਼ਰਾਜ਼ ਭਾਈ ਕਹਿੰਦੇ ਨੇ ਕਿ ਜਦੋਂ ਵੀ ਤੁਸੀਂ ਸਾਡੇ ਏਰੀਏ 'ਚ ਆਉਂਦੇ ਹੋ ਨਾ ਉਹ ਤੁਸੀਂ ਉੱਧਰ ਠੀਕ ਜਾਇਆ ਕਰੋ ਯਾਰ। ਇਹ ਬੱਚੇ ਤੇ ਇੱਕ ਸਟਿੰਗ ਨਾ ਬਣਦਾ ਕਹਿੰਦੇ ਨੇ। ਇਹਨੂੰ ਮੈਂ ਸਭ ਤੋਂ ਦੱਸਿਆ ਕਿ ਆ ਸਟਿੰਗ ਬੋਤਲ ਜਿਹੜੀ ਨਾ ਬੜੀ ਹੀ ਨੁਕਸਾਨਦੇਹ ਆ, ਲੇਕਿਨ ਇਸ ਗੱਲ ਨੂੰ ਨਹੀਂ ਸਮਝਦਾ। ਫਿਰ ਵੀ ਇਹ ਜਿੱਦ ਕਰਦਾ ਵੀ ਨਹੀਂ ਠੀਕ ਜਾਣੀ ਤੇ ਅੱਜ ਅਸੀਂ ਬੋਤਲ ਇਹਨੂੰ ਨਹੀਂ ਪੀ ਰਹੇ। ਜਿਹੜੇ ਭਾਈ ਕੋਲ ਅਸੀਂ ਜਾ ਰਹੇ ਹਾਂ ਉਹਦੇ ਕੋਲ ਹੀ ਜਾ ਕੇ ਬੋਤਲ ਪੀਵਾਂਗੇ, ਉਹਨਾਂ ਨਾਲ ਹੀ ਗੱਲ ਕਰਾਂਗੇ ਵੀ ਉਹ ਕੀ ਕਰਨਾ ਹੈ। ਕੋਈ ਫੀਵਰ ਆ ਜਾਵੇ ਸ਼ਰਾਬ ਭਾਈ ਤੋਂ ਬੋਤਲ ਪੀ ਸਕਦਾ। ਅੱਛਾ ਬਿਲਕੁਲ। ਵਾਹ ਜੀ ਵਾਹ। ਸ਼ਰਾਬ ਭਾਈ ਕਹਿ ਰਹੇ ਕੋਈ ਬੰਦਾ ਵੇਖਣ ਵਾਲਾ ਵੀ 572 ਤੱਕ ਦੇ ਵਿੱਚ ਕੋਈ ਬੰਦਾ ਵੀ ਆਏ ਮੋਸਟ ਵੈਲਕਮ ਹੈ। ਸਾਡੀ ਤਰਫੋਂ ਸਟਿੰਗ ਉਹਨੂੰ ਭਾਈ ਜੀ ਨਾਲ ਫਿਕਰ ਕੀਤੀ ਜਾਏਗੀ। ਤੇ ਕੋਈ ਵੀ ਬੰਦਾ ਸਾਡੇ ਜਿਹੜਾ ਇੱਥੇ ਵਾਲਾ ਰਹਿਣ ਦਾ ਬੰਦਾ ਹੈ ਸ਼ਰਾਜ਼ ਭਾਈ ਨਾਲ ਰਾਬਤਾ ਕਰਕੇ ਉਹਨੂੰ ਮਿਲ ਸਕਦਾ ਹੈ ਅਗਰ ਸਟਿੰਗ ਪੀਣ ਦਾ ਮੂਡ ਹੋਵੇ। ਜਿੱਥੇ ਨਹੀਂ ਕਹਿ ਰਹੇ ਕਿ ਬਾਰਿਸ਼ਾਂ ਪਈਆਂ ਨੇ ਤੇ ਜ਼ਬਰਦਸਤ ਸਬਜ਼ਾ ਹਰ ਪਾਸੇ ਹਰਿਆਲੀ ਹੈ, ਨਹੀਂ ਹਰਿਆਲੀ ਹੈ ਤੇ ਥੋੜਾ ਜ਼ਬਰਦਸਤ ਮਾਹੌਲ ਬਣਿਆ ਹੈ, ਕਿਉਂਕਿ ਬਾਰਿਸ਼ਾਂ ਦੀ ਵਜ੍ਹਾ ਤੋਂ 3-4 ਦਿਨ ਹੋ ਗਏ ਨੇ ਗਰਮੀ ਪੈ ਰਹੀ ਹੈ, ਲੇਕਿਨ ਅੱਲਾਹ ਪਾਕ ਬਿਹਤਰ ਕਰੇਗਾ। ਤੇ ਹੁਣ ਅੱਛਾ ਯਾਰ ਸ਼ਰਾਜ਼ ਆ ਜਿਹੜੇ ਪੰਪਾਂ ਦਾ ਬੜਾ ਮਸਲਾ ਬਣਿਆ ਸਾਡੇ ਚੌਕ ਮੁੰਡੇ ਦੇ ਵਿੱਚ, ਜਿਹੜੇ ਪੰਪ ਬੰਦ ਕਰ ਦਿੱਤੇ ਗਏ ਨੇ ਜੀ ਬਿਲਕੁਲ ਹੈ ਨਾ ਮਸਲਾ ਬਣ ਗਿਆ। ਜੈਸੇ ਮਤਲਬ ਬੰਦੇ ਕੋਈ ਜਾਣਦੇ ਨਹੀਂ ਤਾਂ ਉਹਨਾਂ ਨੂੰ ਬੜਾ ਮਸਲਾ ਹੋ ਜਾਂਦਾ। ਅਸਲ 'ਚ ਪਹਿਲੇ ਇਹ ਸੀਨ ਸੀ ਨਾ ਮਤਲਬ ਪੰਪਾਂ ਨੂੰ ਛੋਟੇ ਛੋਟੇ ਗੋਹਟ ਬਣੇ ਹਨ, ਇਹਨਾਂ ਨੂੰ ਤੇਲ ਮਿਲ ਜਾਂਦਾ ਸੀ, ਲੇਕਿਨ ਹੁਣ ਐਸੀ ਉਹਨਾਂ ਨੇ ਕੀਤੀ ਕਾਰਸਤਾਦੀ ਕਿ ਬਈ ਹੁਣ ਤੇਲ ਇਹਨਾਂ ਨੂੰ ਨਹੀਂ ਮਿਲ ਰਿਹਾ। ਵੱਡੇ ਮਿਲ ਰਿਹਾ ਬਲੈਕ ਮਿਲ ਰਿਹਾ। ਅੱਛਾ ਅੱਛਾ, ਯਾਨੀ ਕਿ ਮਿਲ ਰਿਹਾ। ਵੀਵਰਸ ਅਸੀਂ ਜਾ ਰਹੇ ਹਾਂ ਮਤਲਬ ਨਹਿਰ ਦੀ ਤਰਫ, ਤੇ ਇਹ ਸਾਡੇ ਯਾਨੀ ਕਿ 572 ਨਹੀਂ 583 ਚੱਕ ਕੇ ਇੱਥੇ ਯਾਨੀ ਕਿ ਨਹਿਰ ਦਾ ਮੁੱਢ ਲੱਗਦਾ, ਪਾਣੀ ਲੱਗਦਾ ਹੈ ਹਰ ਪਾਸੇ। ਮਤਲਬ ਮੌਸਮੀਆਂ ਦੇ ਬਾਗ ਨੇ, ਬਾਗ ਨੇ, ਠੀਕ ਹੈ। ਅੱਜ ਕੱਲ੍ਹ ਜਿੱਥੇ ਸਲਾਬ ਆਇਆ ਉਹ ਤਾਂ ਨੁਕਸਾਨ ਸਹਾਈ ਹੈ, ਲੇਕਿਨ ਜਿਹੜੇ ਲੋਕਾਂ ਦੀ ਦਿਲੀ ਹੈ ਉਹ ਮਾਸ਼ਾਅੱਲਾ ਜ਼ਬਰਦਸਤ ਉਹਨਾਂ ਦੀ ਐਵਰੇਜ ਆ ਰਹੀ ਹੈ ਤੇ ਜ਼ਬਰਦਸਤ।
ਕਿਉਂਕਿ ਤਿਲੀ ਸਿਰਫ ਮਤਲਬ ਖਸੂਸੀ ਜਗ੍ਹਾ ਤੇ ਰਹਿ ਗਈ ਜਿਹਦੀ ਵਜ੍ਹਾ ਤੋਂ ਲੋਕੀ ਰੇਟ ਨੂੰ ਜ਼ਿਆਦਾ ਕਰ ਦਿੱਤਾ ਗਿਆ। ਹਾਂਜੀ ਵੀਵਰਸ, ਉਹੀ ਨਹਿਰ ਹੈ ਜਿੱਥੇ ਵਸੀਮ ਭਾਈ ਨੂੰ ਰਾਜਾ ਨੇ ਫੜਿਆ ਸੀ ਤੇ ਤਸ਼ੱਦਦ ਉਹਨਾਂ ਕੀਤਾ ਸੀ। ਅਸੀਂ ਹੁਣ ਉਸ ਹੀ ਰਾਹ ਦੀ ਤਰਫ ਜਾ ਰਹੇ ਹਾਂ, ਤੁਸੀਂ ਵੇਖ ਸਕਦੇ ਹੋ। ਅਦੀਲ ਮੋਟਰਸਾਈਕਲ ਆਰਾਮ ਨਾਲ ਚਲਾਈ ਯਾਰ, ਰੇਤ ਦੀ ਤੈਨੂੰ ਪਤਾ ਇਹ ਡੇਗ ਡੁਗ ਨਾ ਪਈ। ਅਸੀਂ ਇਸ ਟਾਈਮ ਜਾ ਰਹੇ ਹਾਂ ਉਸ ਭਾਈ ਦੀ ਤਰਫ ਤੇ ਰਸਤਾ ਬੜਾ ਖਤਰਨਾਕ ਹੈ, ਤੁਸੀਂ ਦੇਖ ਰਹੇ ਹੋ ਬਹੁਤੀ, ਕਿਉਂਕਿ ਰੇਤ ਹੈ। ਮੋਟਰਸਾਈਕਲ ਸਾਡੇ ਕੋਲ ਬਸ ਨਾਰਮਲ ਜਿਹਾ, ਤਾਂ ਕਿ ਅੱਲਾਹ ਪਾਕ ਖੈਰੋ ਖਰੀ ਨੇ ਸਾਨੂੰ ਫੜਾ ਦੇ ਤੱਕ। ਹਾਂਜੀ ਜੀ, ਅਦੀਲ ਭਾਈ ਕਹਿ ਰਹੇ ਕਿ ਅਸੀਂ ਆਪਣਾ ਯਾਨੀ ਕਿ ਨਿਊ ਸਾਡਾ ਚੈਨਲ ਤੇ ਅਸੀਂ ਇਹ ਸੋਚਿਆ ਕਿ ਯਾਰ ਸਾਡਾ ਅੱਜ ਦੀ ਜਿਹੜੀ ਵੀਡੀਓ ਰਾਜੇ ਨਾਲ ਤੇ ਚਲੋ ਨਹੀਂ ਹੈ, ਕਿਉਂਕਿ ਬੰਦੇ ਗਏ ਹਨ, ਉਹ ਨਹੀਂ ਮਿਲਿਆ ਸਾਨੂੰ। ਅੱਜ ਦੀ ਜਿਹੜੀ ਵੀਡੀਓ ਮਿਸ ਨਹੀਂ ਹੋਣੀ ਚਾਹੀਦੀ ਵੀ ਯਾਰ ਸਾਡੇ ਵੇਖਣ ਵਾਲੇ ਬੰਦੇ ਜਿਹੜੇ ਸਾਨੂੰ ਕਮ ਅਜ਼ ਕਮ ਦੇਖ ਰਹੇ ਨੇ ਉਹ ਕੀ ਮਹਿਸੂਸ ਕਰਨਗੇ ਕਿ ਯਾਰ ਅੱਜ ਇਹਨਾਂ ਕੋਈ ਵੀਡੀਓ ਹੀ ਨਹੀਂ ਪਾਈ। ਤਾਂ ਕਰਕੇ ਅਸੀਂ ਇੰਨੀ ਮੁਸ਼ਕਲਾਂ ਵਿੱਚੋਂ ਗੁਜ਼ਰ ਕੇ, ਸਮਝ ਲਓ ਆ ਮੌਤ ਦਾ ਖੂਹ ਵੇਖਣ ਦੇ ਤੁਸੀਂ। ਐਸ ਰੇ ਤੂੰ ਕਿਹੜੀ ਸੌਖੀ ਮੋਟਰਸਾਈਕਲ ਚੱਕ ਲਈ, ਤੁਹਾਨੂੰ ਪਤਾ ਹੀ ਹੈ ਜਿਹੜੇ ਇਸ ਇਲਾਕੇ ਦੇ ਰਹਿਣ ਵਾਲੇ, ਟਿੱਬਿਆਂ ਦੇ ਰਹਿਣ ਵਾਲੇ। ਲੈ ਬਈ ਮੈਨੂੰ ਲੱਗਦਾ ਨਹੀਂ ਹੈ ਕਿ ਅਸੀਂ ਜਿਸ ਹਿਸਾਬ ਨਾਲ ਜਾਣੇ ਥੋੜ ਸਹੀ ਖਿਆਰੀ ਖਰੀਆ ਨੱਪੜਿਆਂਗੇ। ਤੇ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਬੜਾ ਮੁਸ਼ਕਲ ਹੈ ਮੋਟਰਸਾਈਕਲ ਡਰਾਈਵਿੰਗ ਕਰਨਾ। ਰੇਤ ਤੇ ਕੋਈ ਬੰਦਾ ਹੀ ਮੋਟਰਸਾਈਕਲ ਡਰਾਈਵਿੰਗ ਕਰ ਸਕਦਾ। ਮੈਂ 5 ਸਾਲ ਦਾ ਵਾ ਜਿਹੜਾ ਇਹਨਾਂ ਦੇ ਨਾਲ ਹੀ ਆਣ ਕੇ ਡਿੱਗ ਗਿਆ ਵਾ, ਕਿਉਂਕਿ ਰੇਤ ਇੰਨੀ ਜ਼ਿਆਦਾ ਹੁੰਦੀ ਕਿ ਸਮਝ ਹੀ ਨਹੀਂ ਆਉਂਦੀ ਕਿ ਯਾਰ ਕਿਸੇ ਟਾਈਮ ਵੀ ਟਾਇਰ ਫਿਰ ਜਾਂਦਾ। 2 ਤੇ ਟੋਟਲ ਟਾਇਰ ਨੇ। ਬਾਕੀ ਅੱਲਾਹ ਪਾਕ ਤਰੱਕੀਆਂ ਦੇਵੇਗਾ, ਕੋਈ ਗੱਡੀ ਤੇ ਵੀ ਆਵਾਂਗੇ ਕਿਸੇ ਰੱਬ ਦੇਵੇਗਾ। ਤੇ ਬਾਕੀ ਤੁਸੀਂ ਨਾਲ ਹੀ ਹੁਣ ਜਾ ਕੇ ਕਰਨੇ ਉਹਦੇ ਡੇਰੇ ਤੇ ਗੱਲ, ਕਿਉਂਕਿ ਅਸੀਂ ਥੋੜਾ ਜਿਹਾ ਔਖਾ ਰਾਹ ਕੱਢ ਲਈਏ ਤੇ ਹਰ ਪਾਸੇ ਤੇ ਮਿੱਟੀ ਹੈ। ਆ ਔਖਾ ਟਾਈਮ ਹੀ ਭਰਾਵਾ ਜਿਹੜਾ ਜਿਸ ਜਗ੍ਹਾ ਤੇ ਜਾ ਰਹੇ ਹਾਂ। ਹਾਂਜੀ ਵੀਵਰਸ, ਅਸੀਂ ਆ ਵੇਖੋ ਆਵਾਮ ਇੱਥੇ ਮਤਲਬ ਚੱਪਾਂ ਦੇ ਵਿੱਚ ਬੈਠੀ ਆਪਣੇ ਰਕਬਿਆਂ ਦੇ ਵਿੱਚ, ਕਿਉਂਕਿ ਜਿੱਥੇ ਕਿਸੇ ਦਾ ਰਕਬਾ ਹੈ ਉਹ ਉੱਥੇ ਬੈਠੇ ਨੇ, ਸ਼ਹਿਰਦਾਰੀ ਹੈ ਨਹੀਂ ਤੇ ਕੱਕ ਨੇ ਉਹਦੀ ਖਤਰਨਾਕ ਜਿਹੜਾ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਉਹ ਰਸਤਾ ਹੈ। ਤੇ ਅੱਲਾ ਅੱਲਾ ਕਰ ਮੈਨੂੰ ਇੱਥੇ ਲਾ ਲਓ ਯਾਰ, ਮੈਂ ਟੋਟਦਾ ਨਾ ਯਾਰ, ਕਿਤੇ ਟੇਕ ਨਾ ਲਿਓ, ਮੇਰੀ ਗੱਲ ਸੁਣੋ, ਲਾ ਦੋ ਮੈਨੂੰ। ਅਦੀਲ ਭਾਈ ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜਾ ਨਾ ਟੁਰ ਜਾਓ ਅੱਗੇ, ਬੜਾ ਰਸਤਾ ਤੁਹਾਨੂੰ ਵੇਖਣ ਦੇ ਤੁਸੀਂ, ਬਹੁਤ ਹੀ ਮਿੱਟੀ ਹੈ। ਵੇਖੋ ਕਿੰਨਾ ਔਖਾ ਮੋਟਰਸਾਈਕਲ ਚਲਾਇਆ ਜਾਣ ਡੇ ਨੇ। ਤੇ ਮੈਂ ਕਿਹਾ ਮੈਨੂੰ ਤੁਸੀਂ ਇੱਥੇ ਲਾਓ। ਵੇਖਿਓ ਯਾਰ ਕਿਤੇ ਨਹਿਰ 'ਚ ਨਾ ਡੇਗ ਲਿਓ ਗੱਡੀ, ਬੜੇ ਮੁਸ਼ਕਲ ਬਚੇ ਤੁਸੀਂ ਵੈਸੇ। ਤੇ ਰੇਤ ਦੀ ਵਜ੍ਹਾ ਤਾਂ ਵੇਖੋ ਲੋਕੀ ਜਾਂਦੇ, ਜਿਹੜੇ ਇੱਥੋਂ ਦੇ ਚਲਾਉਣ ਵਾਲੇ ਟ੍ਰੇਨ ਆ, ਅਦੀਲ ਵੇਖੋ ਕਿੱਧਰ ਕਿੱਧਰ ਗੱਡੀ ਘੁਮਾਈ ਹੁੰਦਾ, ਰਾਹ ਥੱਲੇ ਲਾਤੀ ਉਹਨੇ ਗੱਡੀ। ਤੇ ਜਿਹੜੇ ਰਾਹ ਇੱਥੇ ਚਲਾਉਣ ਵਾਲੇ ਟ੍ਰੇਨ ਬੰਦੇ ਨੇ ਉਹ ਤਾਂ ਕਮ ਅਜ਼ ਕਮ ਮਤਲਬ ਚਲਾ ਸਕਦੇ ਨੇ। ਤੇ ਅਸੀਂ ਕਦੇ ਟਿੱਬਿਆਂ ਦੇ ਵਿੱਚ ਗੱਡੀ ਚਲਾਈ ਕੋਈ ਨਹੀਂ, ਤਾਂ ਕਰਕੇ ਸਾਨੂੰ ਯਾਨੀ ਕਿ ਮਸਲਾ ਇਹ ਨਾਲ ਨਾਲ ਨਹਿਰ ਜਾਣ ਦੀ ਲੋਕ ਇੱਥੇ ਮਤਲਬ ਆਪਣੇ ਰਕਬਿਆਂ ਦੇ ਵਿੱਚ ਬੈਠੇ ਨੇ ਤੇ ਆਪਣਾ ਜਿਹੜਾ ਜ਼ਿੰਦਗੀ ਪਾਸ ਕਰ ਰਹੇ ਨੇ। ਲੇਕਿਨ ਮੇਰੇ ਖਿਆਲ ਨਾਲ ਇਹ ਸ਼ਹਿਰ ਨਾਲੋਂ ਬਿਹਤਰ ਹੈ ਜ਼ਿੰਦਗੀ। ਇਹ ਤਾਂ ਖੁੱਲ੍ਹੀ ਆਬੋ ਹਵਾ ਹੈ, ਖੁੱਲ੍ਹਾ ਮਾਹੌਲ ਹੈ, ਜ਼ਬਰਦਸਤ ਸਿਸਟਮ ਹੈ, ਸਾਰਾ ਕੁਛ ਓਕੇ ਆ। ਅਸੀਂ ਉੱਥੇ ਸ਼ਹਿਰ 'ਚ ਜਿੱਥੇ ਰਹੀਦਾ, ਸ਼ਹਿਰ ਤਾਂ ਸਾਡਾ ਵੀ ਕੋਈ ਨਹੀਂ, ਸਮਝ ਲਓ ਚੌਕ ਮੁੰਡੇ ਤੋਂ 3 ਕਿਲੋਮੀਟਰ ਦੂਰ ਸੁਨਾਮ ਮੋੜ ਦੇ ਸ਼ਹਿਰ ਤੋਂ ਉਹ ਵੀ ਨਹੀਂ ਬਣਦਾ, ਲੇਕਿਨ ਤਾਂ ਵੀ ਸ਼ਹਿਰ ਦੇ ਵਿੱਚ ਆ ਜਾਂਦਾ। ਉੱਥੇ ਗਲੀਆਂ ਦੀ ਬੋਵਾਂ ਤੇ ਇਹ ਤਾਂ ਉਹ ਰਸਤੇ ਬੰਦ ਨੇ, ਕੋਈ ਕੁਛ ਹੈ ਇੱਥੇ। ਇਹ ਤਾਂ ਸਿਸਟਮ ਕੋਈ ਨਹੀਂ ਇੱਥੇ। ਜ਼ਬਰਦਸਤ ਲੋਕਾਂ ਨੇ ਆਪਣਾ ਸੈਟਅਪ ਬਣਾਇਆ ਤੇ ਆਪਣਾ ਨਿਜ਼ਾਮ ਚਲਾ ਰਹੇ ਨੇ। ਬਾਕੀ ਅੱਲਾਹ ਪਾਕ ਹਰ ਕਿਸੇ ਨੂੰ ਦੇ, ਜਿਵੇਂ ਕਿਸ ਤਰ੍ਹਾਂ ਕਿਹਾ ਸਾਡੇ ਦੋਸਤ ਨੇ ਮਤਲਬ ਕੀਤੀ ਹੈ, ਮਿਹਨਤ ਕੀਤੀ, ਅੱਲਾਹ ਪਾਕ ਨੇ ਰੋਜ਼ੀ ਦਿੱਤੀ ਹੈ। ਉਹ ਹੁਣ ਆਪਣਾ ਉਹਨਾਂ ਰਕਬਾ ਲਿਆ, ਸੋਹਣਾ ਬੜਾ ਨਹਿਰ ਦੇ ਮੋਢ ਰਕਬਾ ਲਿਆ ਚੰਗਾ ਖਾਸਾ। ਇੱਥੇ ਸਮਝ ਲਓ ਕਿ ਪੈਸੇ ਲੱਗਦੇ ਨੇ ਰਕਬੇ ਲੈਣ ਤੇ, ਕਿਹੜੇ ਸੌਖੇ ਲੈ ਜਾਂਦੇ ਨੇ। ਬਾਕੀ ਜਿਹਨੂੰ ਅੱਲਾਹ ਪਾਕ ਤਰੱਕੀਆਂ ਦੇ, ਜਿਹਨੂੰ ਇੱਜ਼ਤਾਂ ਦੇ, ਉਹ ਮੌਲਾ ਦਾ ਜ਼ਾਤ ਦੇਣ ਵਾਲੀ ਹੈ, ਬੰਦੇ ਹੱਥ ਵਸ ਕੱਖ ਵੀ ਨਹੀਂ ਹੈ। ਤੇ ਹੁਣ ਮੈਂ ਟੁਰਦਾ ਜਾ ਰਿਹਾ, ਅਦੀਲ ਭਾਈ ਹੋਰੀ ਪਹੁੰਚ ਗਏ ਨੇ ਉੱਥੇ ਬੰਦੇ ਦੇ ਕੋਲ, ਸਾਹ ਵੀ ਚੜ੍ਹ ਗਿਆ। ਤੇ ਚਲੋ ਉਹ ਭਾਈ ਨੂੰ ਜਾ ਕੇ ਉੱਥੇ ਮਿਲਨੇ ਆ। ਮੈਨੂੰ ਲੱਗ ਰਿਹਾ ਕਿ ਉਹ ਬੰਦਾ ਇੱਥੇ ਜ਼ਮੀਨ ਦੇ ਵਿੱਚ ਪੈਲੀ ਦੇ ਵਿੱਚ ਕੋਈ ਰੂਟਰ ਵਗੈਰਾ ਮਰਾ ਰਿਹਾ, ਯਾਨੀ ਕਿ ਆਪਣੀਆਂ ਪੈਲੀਆਂ ਕਣਕ ਬੀਜੀ ਹੈ, ਕਣਕ ਤੋਂ ਬਾਅਦ ਇੱਥੇ ਹੁਣ ਬਾਜਰਾ ਤੇ ਹੁੰਦਾ ਵੀ ਹੈ, ਲੇਕਿਨ ਕੋਈ ਬੀਜੇ ਦੇ ਉਹ ਹੁਣ ਰੂਟਰ ਸ਼ੂਟ ਮਰਾ ਰਹੇ ਨੇ। ਚਲੋ ਪੈਲੀਆਂ ਸਾਫ਼ ਸੁਫ ਕਰਾਉਣ ਵਾਸਤੇ ਤੇ ਚਲੋ ਕੋਈ ਨਿਜ਼ਾਮ ਸਿੱਧਾ ਹੋ ਜਾਵੇ, ਕਿਉਂਕਿ ਫਿਰ ਕਣਕ ਕੋਈ ਬੀਜਣੀ ਮੌਸਮ ਆ ਗਿਆ, ਕੋਈ ਲੋਸਾਂ ਸ਼ੂਸਾਂ ਬੀਜਣਗੇ। ਤੇ ਹਾਂਜੀ ਵੀਵਰਸ, ਇਹ ਸਾਡੇ ਯਾਰ ਦੋਸਤ ਨੇ, ਭਾਈ ਨੇ, ਉਹ ਵੈਸੇ ਸ਼ਰਮਾਨ ਡਿਆ ਮੁੰਡਾ, ਪਤਾ ਨਹੀਂ ਕਿਹੜੀ ਗੱਲ ਮਤਲਬ ਕਹਿ ਰਿਹਾ ਜੇ ਮੈਨੂੰ ਵੀਡੀਓ ਵਿੱਚ ਨਾ ਲੈ ਕੇ ਆਓ, ਕਿਉਂਕਿ ਯਾਰ ਇਹ ਤੁਹਾਨੂੰ ਪਤਾ ਹੀ ਹੈ ਕਿ ਇੱਕ ਬੰਦਾ ਜਦੋਂ ਜੜ੍ਹ ਤੋਂ ਉੱਠਦਾ ਉਹਦੇ ਵਾਸਤੇ ਮਤਲਬ ਹੁਣ ਸਾਰੇ ਉਹਦੇ ਚੱਕ ਦੇ ਜਾਣ ਵਾਲੇ ਲੋਕ ਨੇ, ਉਹਦਾ ਜੀ ਮੈਨੂੰ ਵਿੱਚ ਨਾ ਲੈ ਕੇ ਆਓ। ਲੇਕਿਨ ਫਿਰ ਵੀ ਅਸੀਂ ਮਤਲਬ ਉਹਨਾਂ ਨਾਲ ਮੁਲਾਕਾਤ ਕਰਨੇ ਆ, ਬਹਿ ਕੇ ਪਾਣੀ ਸ਼ਾਣੀ ਪੀਂਦੇ ਆ। ਇਹ ਉਹਦਾ ਮਤਲਬ ਟਰੈਕਟਰ ਵਖਣ ਡਿਆ ਇੱਥੇ ਤੇ ਸਾਰਾ ਸੈਟਅਪ ਜਿਹੜਾ ਫਿਰ ਨਾਲ ਹੀ ਹੈ। ਵੀਵਰਸ, ਇਹ ਭਾਈ ਹੋਰਾਂ ਦਾ ਟਰੈਕਟਰ ਹੈ। ਇਹ ਉਹਨਾਂ ਨੇ ਕੋਈ ਸਿਸਟਮ ਲਾਇਆ ਜਿਹੜਾ ਬੈਟਰੀ ਤੇ ਪਾਣੀ ਸ਼ਾਣੀ ਚਲਾਉਂਦੇ ਨੇ। ਉਹਨਾਂ ਮੋਬਾਈਲ ਵੀ ਬੈਟਰੀ ਤੇ ਲਾਏ ਨੇ, ਕਿਉਂਕਿ
ਇਸ ਜਗ੍ਹਾ ਤੇ ਬਿਜਲੀ ਨਹੀਂ ਹੈ। ਇਹ ਉਹਨਾਂ ਡੰਗਰ ਸ਼ੰਗਰ ਬੰਨਣ ਵਾਸਤੇ ਮਤਲਬ ਉਹ ਏਰੀਆ ਉਰੀਆ। ਤੇ ਇਹ ਸਾਡੇ ਮੁਸੱਫਰ ਭਾਈ ਨੇ ਜਿਹੜੇ ਮੰਜੀ ਚੁੱਕ ਕੇ ਲਿਆਉਣ ਡਏ ਨੇ। ਤੇ ਇਹ ਬੜੇ ਸਾਡੇ ਅੱਛੇ ਦੋਸਤ ਨੇ ਕਿ ਉਹ ਬਹਿਣ ਬੁਣ ਵਾਸਤੇ ਜਗ੍ਹਾ ਬਣਾ ਰਹੇ ਨੇ। ਤੇ ਇਹ ਵੇਖੋ ਇਹ ਛੋਟੇ ਜਾ ਜਿਹੜੇ ਉਰਾਂ ਬੱਜੇ ਨੇ, ਬਾਕੀ ਉਹ ਸਾਰੀਆਂ ਜਰਸੀ ਨਸਲ ਦੀਆਂ ਗਾਵਾਂ ਆਸਟ੍ਰੇਲੀਅਨ ਨੇ, ਪ੍ਰਿੰਟ ਦੇ ਵਿੱਚ ਨੇ। ਇਹਨਾਂ ਨੇ ਯਾਨੀ ਕਿ ਉਹ ਡੇਰਾ ਬਣਾਇਆ ਗਾਵਾਂ ਸ਼ਾਵਾਂ ਦਾ, ਸਾਰਾ ਸੈਟਅਪ ਸੂਟਅਪ ਬਣਾਇਆ। ਇਹ ਇਹਨਾਂ ਦੀ ਮਾਸ਼ਾਅੱਲਾ ਹੁਣ ਤਾਜ਼ੀ ਘਾਸ ਹੋਈ ਹੈ। ਇਹ ਕੀ ਦਿੱਤਾ ਗਾਂ ਨੇ? ਤੇ ਗਾਂ ਨੇ ਜੀ ਵੱਛਾ ਦਿੱਤਾ। ਵੇਖੋ ਕਿੰਨਾ ਪਿਆਰੀ ਨਸਲ, ਅੱਲਾਹ ਪਾਕ ਦੀ ਜ਼ਿੰਦਗੀ ਕਰੇ ਤੇ ਅੱਲਾਹ ਪਾਕ ਨੇ ਤਰੱਕੀਆਂ ਦੇ। ਬਾਕੀ ਡੰਗਰ ਪਰਾਂ ਬੱਜੇ ਨੇ। ਆਹ ਹੁਣ ਮੇਰੇ ਖਿਆਲ ਨਾਲ ਕੋਈ ਡੰਗਰ ਖੋਲਣ ਜਾਣ ਡਿਆ। ਤੇ ਇਹ ਦੀ ਜ਼ਮੀਨ ਹੈ ਜਿਹੜੀ ਇਹਨੇ ਲਈ ਹੈ। ਹੱਲਾਂ ਛੱਲਾਂ ਮਤਲਬ ਸਾਰਾ ਕੁਛ ਉਹਨਾਂ ਰੱਖਿਆ, ਗੱਡੀ ਗੁੱਡੀ ਰੱਖੀ ਹੈ, ਸਾਰਾ ਸੈਟਾ ਸੂਟਾ, ਕਬੂਤਰ ਸ਼ਬੂਤਰ ਵੀ ਉਹਨੇ ਰੱਖੇ ਨੇ। ਆ ਵੇਖੋ। ਹਾਂਜੀ ਵੀਵਰਸ, ਜਿਵੇਂ ਤੁਸੀਂ ਵੇਖ ਸਕਦੇ ਹੋ ਇਹ ਲਾ ਯਾਰਾ ਉਹ ਕਮਾਲ ਚ ਨਾ ਚੱਲੀਏ ਉਹਨਾਂ ਗੰਨੇ ਛੰਨੇ ਇਹਨਾਂ ਦੇ ਇੱਥੇ ਹੈ ਮੇਰੇ ਖਿਆਲ ਨਾਲ। ਚੈੱਕ ਕਰਾਉਂਦੇ ਆ, ਪਹਿਲੇ ਪਾਣੀ ਪੀ ਕੇ ਬੋਤਲ ਲੈਣ ਗਿਆ। ਬੋਤਲ ਲੈਣ ਤੇ ਫਿਰ ਪੁਰਾਣਾ ਦੌਰ ਹੁੰਦਾ ਸੀ ਤੇ ਹੱਥੀ ਦੇ ਨਾਲ ਪੱਠੇ ਛੱਟੇ ਕੁਤਰੀ ਦੇ ਹੁੰਦੇ ਹਨ। ਹੁਣ ਵੇਖੋ ਉਹਨਾਂ ਨੇ ਮਤਲਬ ਜਨਰੇਟਰ ਰੱਖੇ ਨੇ, ਜਨਰੇਟਰ ਦੇ ਵਿੱਚ ਪੈਟਰੋਲ ਪਾਉਂਦੇ ਨੇ, ਪੈਟਰੋਲ ਪਾਉਣ ਤੋਂ ਬਾਅਦ ਉਹ ਪੱਠੇ ਕੁਤਰੇ ਜਾਂਦੇ ਨੇ। ਬੜਾ ਯਾਨੀ ਕਿ ਸੈਟਅਪ ਤੁਸੀਂ ਆਮ ਤੌਰ ਤੇ ਵੇਖ ਹੀ ਰਹੇ ਹੋਣੇ ਹੋ। ਮਤਲਬ ਪਹਿਲੇ ਇਹ ਕਿਹੜਾ ਅਸੀਂ ਤੁਹਾਨੂੰ ਪਹਿਲੀ ਦਫਾ ਵਿਖਾ ਰਹੇ ਹਾਂ, ਲੇਕਿਨ ਜਦੋਂ ਯਾਨੀ ਕਿ ਕੱਲਾ ਹੁੰਦਾ ਸੀ ਇੱਥੇ ਤੇ ਕੱਲਾ ਇਹਨੇ ਹੱਥ ਨਾਲ ਪੱਠੇ ਯਾਨੀ ਕਿ ਦੱਥਾ ਵੀ ਖੁਦ ਲਾਣਾ ਤੇ ਪੱਠੇ ਵੀ ਖੁਦ ਕੁਤਰਨੇ, ਇਹਦੇ ਵਾਸਤੇ ਬੜਾ ਮੁਸ਼ਕਲ ਹੁੰਦਾ ਹੈ। ਫਿਰ ਮਤਲਬ ਕੁਛ ਅਰਸੇ ਤੋਂ ਬਾਅਦ ਜਿਵੇਂ ਇਹਦੀ ਫਸਲ ਦੇ ਵਿੱਚ ਇਨਕਮ ਆਈ ਹੈ, ਇਹਨੇ ਫਿਰ ਪੀਟਰੀ ਲਈ ਹੈ, ਸਾਰਾ ਕੁਛ ਸੈਟਅਪ ਲਾ ਕੇ ਇਹਨੇ ਆਪਣਾ ਨਿਜ਼ਾਮ ਸ਼ੁਰੂ ਕੀਤਾ। ਤੇ ਪਾਣੀ ਪੀਣ ਤੋਂ ਬਾਅਦ ਅਸੀਂ ਫਿਰ ਉਹ ਪਰਾਂ ਵੇਖੋ ਤੁਸੀਂ ਟਰੈਕਟਰ ਵਾਲਾ ਬੰਦਾ ਖਲੋਤਾ ਹੈ, ਉਹਨੂੰ ਮਿਲਨੇ ਆ ਜਾ ਕੇ ਡਰਾਈਵਰ ਨੂੰ ਕਿ ਬਈ ਉਹ ਕੀ ਮਾਰ ਰਹੇ ਨੇ। ਮੇਰੇ ਖਿਆਲ ਨਾਲ ਸ਼ਾਇਦ ਰੂਟਰ ਮਾਰ ਰਹੇ ਨੇ, ਇਹਨੇ ਦੂਰ ਪਤਾ ਤਾਂ ਨਹੀਂ ਲੱਗਦਾ, ਬਾਕੀ ਉੱਥੇ ਜਾ ਕੇ ਹੀ ਪਤਾ ਲੱਗੇਗਾ। ਸ਼ਰਾਜ਼ ਭਾਈ ਤੇ ਅਦੀਲ ਭਾਈ ਬੈਠੇ ਨੇ, ਉਹਨੇ ਮੰਜੀ ਸਾਨੂੰ ਕੁੱਟ। ਅਸਲ ਦੇ ਵਿੱਚ ਜਿਹੜੀ ਅਸੀਂ ਜਗ੍ਹਾ ਤੋਂ ਆਏ ਆ ਨਾ, ਸਮਝ ਲਓ ਬਹੁਤ ਹੀ ਮੁਸ਼ਕਲ ਉਹ ਰਸਤਾ ਹੈ ਤੇ ਬਹੁਤ ਹੀ ਮੁਸ਼ਕਲ। ਜਿਸ ਭਾਈ ਕੋ ਆਏ ਉਹ ਗਿਆ ਵਾ ਕਿਤੇ, ਆਏ ਮੁੰਡਾ ਵਾ ਨਾ, ਇਹ ਖੁਦ ਨਹੀਂਗਾ। ਆਹੋ ਉਹ ਤਾਂ ਹੀ ਤੇ ਮਤਲਬ ਵੀਡੀਓ ਵਿੱਚ ਨਹੀਂ ਆਉਣ ਡਿਆ ਨਾ। ਹਾਂ ਉਹਦਾ ਮੁਲਾਜ਼ਮ ਜਾਂ ਖੁਦ ਆ ਨਾ, ਕਿਤੇ ਨਾ ਡੰਗਰ ਵਗੈਰਾ ਲੈਣ ਗਿਆ ਵਾ। ਨਹੀਂ ਉਹ ਜਿਹੜੇ ਮੈਂ ਰੱਖਦਾ ਉਹ ਛਾਵੇਂ ਬੰਨੇ ਨੇ ਸਾਈਡ ਦੇ, ਪਤਾ ਨਹੀਂ ਧੁੱਪੇ ਬੰਨੇ ਨੇ। ਉਹ ਵੀ ਉਹਨਾਂ ਦੇ ਆ, ਵੀ ਉਹਨਾਂ ਦੇ, ਉਹ ਪਰਲੇ ਵੀ ਉਹਦਾ ਹੀ ਆ। ਨਹੀਂ ਆਹ ਨੇ ਜਾ ਲੱਗਦੇ ਨੇ ਛੋਟੇ ਡੰਗਰ ਨਾ, ਬਾਕੀ ਉਹ ਪ੍ਰਿੰਟ ਦੀਆਂ ਸੋਹਣੀਆਂ ਗਾਵਾਂ ਨੇ, ਉਹਨਾਂ ਦਾ ਨਿਜ਼ਾਮ ਸਹੀ ਬਣਾਇਆ। ਲੇਕਿਨ ਉਹ ਖੁਦ ਲੈਣ ਗਿਆ ਹੋਰ ਡੰਗਰ। ਅੱਛਾ ਤੇ ਇਹ ਉਹਦਾ ਯਾਨੀ ਕਿ ਨੌਕਰ ਆ ਇਹਦਾ। ਸਹੀ ਹੋ ਗਿਆ। ਚਲੋ ਬਾਕੀ ਉਹ ਵੀ ਉਨੀ ਦੇਰ ਤੱਕ ਆ ਜਾਂਦਾ ਸੀ, ਫਿਰ ਬਹਿਨੇ ਮੰਜੀ ਤੇ। ਹਾਂਜੀ ਫਿਰ ਬਹਿ ਕੇ ਜਿਹੜੀ ਗੱਲ ਹੁੰਦੀ ਹੋਣਾ। ਦੁਕਾਨਾਂ ਦੂਰ ਨੇ, ਇੱਥੇ ਪਾਣੀ ਤੇ ਨਹੀਂ ਪੀਤਾ, ਠੰਡਾ ਪਾਣੀ ਪਿਆਇਆ ਉਹਨੇ, ਠੰਡਾ ਪਾਣੀ ਪਿਆਇਆ ਨਲਕੇ ਦਾ, ਕਿਉਂਕਿ ਜਿਹੜੀ ਸ਼ਾਇਦ ਉੱਥੇ ਫਰਾਮ ਹੈ ਉਹੀ ਉਹਨੇ। ਨਹਿਰ ਦੇ ਕੋਲ ਤੁਹਾਨੂੰ ਪਤਾ ਪਾਣੀ ਠੰਡਾ ਹੁੰਦਾ, ਨਹਿਰ ਦੇ ਕੋਲ ਪਾਣੀ ਠੰਡਾ। ਅਸੀਂ ਇਹ ਆਪਸ ਵਿੱਚ ਗੱਲ ਕਰਨ ਦੇ ਸਾਂ ਕਿ ਯਾਨੀ ਕਿ ਪੱਠਾ ਦੱਥਾ ਯਾਨੀ ਕਿ ਡੰਗਰਾਂ ਨੂੰ ਸੰਭਾਲਣਾ ਬਹੁਤ ਹੀ ਔਖਾ ਕੰਮ ਹੈ। ਅਸੀਂ ਚਲੋ ਸਵੇਰ ਉੱਠੀਦਾ ਦੁਕਾਨ ਤੇ ਆਈਦਾ, ਦੁਕਾਨ ਤੇ ਸ਼ਾਮੀ ਬੰਦ ਕਰਕੇ ਘਰ ਚਲੇ ਜਾਈਦਾ, ਲੇਕਿਨ ਪੱਠਿਆਂ ਦਾ ਜਿਹੜਾ ਕੰਮ ਹੈ ਡੰਗਰਾਂ ਨੂੰ ਸਾਂਭਣਾ ਬਹੁਤ ਮੁਸ਼ਕਲ ਹੈ। ਹੁਣ ਜਿਵੇਂ ਕਿ ਬੰਦਾ ਦੱਸਣ ਡਿਆ ਕਿ ਸਵੇਰ ਉਹ 5:30 ਵਜੇ ਉੱਠਦਾ, 5:30 ਵਜੇ ਤੋਂ ਬਾਅਦ ਹੁਣ ਇਹ ਵੇਖੋ ਬੰਦਾ ਪੱਠੇ ਪਾ ਰਿਹਾ, ਅਸੀਂ ਉਹਦੇ ਕੋਲ ਬੈਠੇ, ਲੇਕਿਨ ਉਹਦੇ ਕੋਲ ਟਾਈਮ ਨਹੀਂ ਹੈ। ਵਜ੍ਹਾ ਕੀ ਹੈ ਕਿ ਯਾਰ ਉਹਦੀ ਡਿਊਟੀ ਲੱਗੀ ਹੈ, ਡਿਊਟੀ ਤੋਂ ਉਹਨੇ ਆਪਣਾ ਪੂਰੀ ਕਰਨੀ ਹੈ, ਚਾਹੇ ਮਹਿਮਾਨ ਆ ਵੀ ਗਏ ਨੇ ਫਿਰ ਵੀ ਉਹਨੇ ਤੇ ਕੰਮ ਯਾਨੀ ਕਿ ਕਰਨਾ ਹੈ। ਤੇ ਅਦੀਲ ਭਾਈ ਕਹਿ ਰਹੇ ਕਿ ਬੰਦੇ ਦੀ 50,000 ਸੈਲਰੀ, ਯਾਰ ਹੁਣ ਉਹਨੂੰ ਕੰਮ ਦੇ ਸਿਰ ਤੇ ਸੈਲਰੀ ਮਿਲ ਰਹੀ। ਹੁਣ ਆਹ 4 ਡੰਗਾ ਤੁਸੀਂ ਵੇਖ ਸਕਦੇ ਹੋ ਇੱਥੇ ਬੱਜੇ ਨੇ, ਛੋਟੇ ਜਿਹੜੇ ਜਾ ਨੇ, ਤੇ ਬਾਕੀ ਉਹ ਪਰਾਂ ਪ੍ਰਿੰਟ ਦੀਆਂ ਗਾਵਾਂ ਨੇ ਸੋਹਣੀਆਂ, ਮਾਸ਼ਾਅੱਲਾ ਅੱਲਾ ਉਹਨਾਂ ਦੇ ਨਸੀਬਾਂ 'ਚ ਕਰੀਆਂ ਸੋਹਣੀਆਂ ਗਾਵਾਂ ਨੇ। ਜਿਹੜਾ ਪੂਰਾ ਫਾਰਮ ਉਹਨਾਂ ਟਾਈਪ ਬਣਾਇਆ। ਤੇ ਸਾਰੀ ਗੱਲ ਹੈ ਕਰੂੰ ਪੂਰੇ ਡੰਗਰਾਂ ਨੂੰ ਪੱਠੇ ਪਾਣੇ ਕਿਹੜੀ ਕੋਈ ਸੌਖੀ ਗੱਲ ਤੇ ਨਹੀਂ ਹੈ। ਹੁਣ ਉਹ 5:30 ਵਜੇ ਉੱਠਦਾ ਹੈ, 5:30 ਵਜੇ ਉੱਠਣ ਤੋਂ ਬਾਅਦ ਉਹਨੇ ਜੀ ਨਮਾਜ਼ ਸਬਕ ਪੜ੍ਹ ਕੇ ਪੱਠੇ ਵੱਢਣੇ ਹੁੰਦੇ ਨੇ, ਫਿਰ ਡੰਗਰਾਂ ਨੂੰ ਪਾਣੇ ਨੇ, ਫਿਰ ਪਾਣੀ ਡਾਣਾ, ਫਿਰ ਛਾਵੇਂ ਬੰਨਣਾ, ਸਾਰਾ ਦਿਨ ਯਾਨੀ ਕਿ ਇਸੇ ਹੀ ਕੰਮ ਤੇ ਲੱਗਾ ਰਹਿੰਦਾ। ਮਤਲਬ ਉਹਨੂੰ ਫ੍ਰੀ ਟਾਈਮ ਨਹੀਂ ਮਿਲਦਾ ਕਿ ਜਿੱਥੇ ਉਹ ਬੰਦਾ ਕਿਸੇ ਕੋਲ ਦੋਸਤ ਕੋਲ ਗੱਪਸ਼ਪ ਲਾ ਸਕੇ ਜਾਂ ਜੋ ਵੀ ਹੈ। ਲੇਕਿਨ ਅੱਲਾ ਰੋਜ਼ੀ ਵੀ ਦਿੰਦਾ ਹੈ। ਮਤਲਬ ਹੁਣ ਮਿਹਨਤ ਨਾਲ ਹੀ ਹਰ ਕੰਮ ਹੁੰਦਾ, ਮਿਹਨਤ ਕਰਾਂਗੇ ਤੇ ਕੁਛ ਨਾ ਕੁਛ ਬਣੇਗਾ। ਹੁਣ ਅਸੀਂ ਇੱਥੇ ਬੈਠੇ ਹਾਂ, ਹੁਣ ਉਸਤਾਦ ਹੋਰੀ ਉੱਥੇ ਵੇਖੋ ਤੁਸੀਂ ਜਾ ਰਹੇ ਨੇ, ਉਹ ਖਾ ਲਿਓ ਖਾਲੀ ਅੱਲਾ ਦੇ ਸਪੂਰਦ ਚਲੇ ਨੇ ਕਿਤੇ ਪਤਾ ਕਿੱਧਰ ਚਲੇ ਭਾਈ ਨਾ। ਹਾਂਜੀ ਜੀ ਉਹ ਭਾਈ ਹੋਰੀ ਅਸੀਂ ਉਹਨਾਂ ਦੇ ਕੋਲ ਆਣ ਕੇ ਬੈਠੇ ਹਾਂ ਤੇ ਉਹ ਭਾਈ ਹੋਰੀ ਬੱਕਰੀਆਂ ਲੈਣ ਜਾ ਰਹੇ ਨੇ, ਕਿਉਂਕਿ ਬਈ ਹੁਣ ਬੱਕਰੀਆਂ ਮੇਰੇ ਖਿਆਲ ਉਹਨਾਂ ਦੂਸਰੇ ਮਰਬੇ ਚਲੀ ਗਈਆਂ ਨੇ, ਕਿਸੇ ਦੇ ਹੋਰ ਮਰਬੇ ਉਹ ਗੁਵਾਦਾ ਮਾਰਨ ਡੇ ਹਨ ਕਿ ਬਈ ਆਪਣੀਆਂ ਬੱਕਰੀਆਂ ਬੰਨੋ। ਤੇ ਹੁਣ ਬੱਕਰੀਆਂ ਲੈਣ ਜਾ ਰਹੇ ਨੇ, ਫਿਰ ਵਾਪਸੀ ਆਉਂਦਾ ਜਦੋਂ ਬੱਕਰੀਆਂ ਲੈ ਕੇ ਫਿਰ ਬੱਕਰੀਆਂ ਵੇਹਨੇ ਉਹਨਾਂ ਨੇ ਮਤਲਬ ਕੈਸੇ ਸੈਟਅਪ ਨੇ, ਕਿਹੜੀ ਨਸਲ ਹੈ, ਉਹਨਾਂ ਕੋਲ ਕਿਹੜੀ ਨਸਲਾਂ ਰੱਖੀਆਂ ਨੇ। ਇਹ ਤੁਹਾਨੂੰ ਮੈਂ ਦੱਸ ਰਿਹਾ ਨਾ ਕਿ ਮਤਲਬ ਬੜਾ ਔਖਾ ਹੈ ਮੋਟਰਸਾਈਕਲ ਚਲਾਉਣਾ ਹੈ। ਮੁੰਡੇ ਹੁਣ ਮੋਟਰਸਾਈਕਲ ਚਲਾ ਕੇ ਤੇ ਲੰਮੇ ਪਏ ਨੇ ਸਕੂਨ ਦੇ ਨਾਲ, ਕਿਉਂਕਿ ਮੋਟਰਸਾਈਕਲ ਚਲਾ ਕੇ ਲੱਤਾਂ ਥੱਕ ਜਾਂਦੀਆਂ ਨੇ। ਰੇਤ ਦੇ ਵਿੱਚ ਮੋਟਰਸਾਈਕਲ ਚਲਾਉਣੀ ਬਹੁਤ ਹੀ ਮੁਸ਼ਕਲ ਹੈ ਤੇ ਮਤਲਬ ਉਸ ਹਿਸਾਬ ਨਾਲ ਤੇ ਸੜਕ ਤੇ ਬੰਦਾ ਆਸਾਨੀ ਨਾਲ ਚਲਾ ਸਕਦਾ।
ਇਹ ਬੰਦੇ ਨੇ ਆਪਣਾ ਯਾਨੀ ਕਿ ਪੰਜੀ ਰੱਖਿਆ ਜਿਹਦੇ ਤੇ ਅੱਗੇ ਪਿੱਛੇ ਯਾਨੀ ਕਿ ਜਾਣਾ ਹੁੰਦਾ। ਤੇ ਹੁਣ ਉਹ ਬੱਕਰੀਆਂ ਲੈ ਕੇ ਗਿਆ ਸੀ ਤੇ ਅੱਗੋਂ ਹੁਣ ਬੱਕਰੀਆਂ ਲੈ ਕੇ ਆਉਂਦਾ ਤੇ ਫਿਰ ਅਸੀਂ ਵੀਡੀਓ ਸ਼ੂਟ ਕਰਾਂਗੇ ਕਿ ਉਹਨਾਂ ਦੀਆਂ ਬੱਕਰੀਆਂ ਮਤਲਬ ਕਿਹੜੀ ਨਸਲ ਦੀ ਰੱਖੀ ਹੈ ਤੇ ਕਿਹੜੀ ਨਹੀਂ। ਯਾਨੀ ਕਿ ਉਹਨੇ ਇੱਕ ਬੜਾ ਮਤਲਬ ਸ਼ੁਰੂ ਤੋਂ ਰੱਖ ਕੇ ਆਪਣਾ ਇੱਕ ਨਿਜ਼ਾਮ ਕਾਇਮ ਕੀਤਾ, ਆਪਣਾ ਪੈਰਾਂ 'ਤੇ ਖਲੋਤਾ ਆਪਣਾ ਨਿਜ਼ਾਮ ਕੀਤਾ, ਜਿਸ ਤਰ੍ਹਾਂ ਵੀ ਉਹ ਚਲਾ ਰਿਹਾ। ਬਾਕੀ ਅੱਲਾਹ ਪਾਕ ਉਹਨੂੰ ਤਰੱਕੀਆਂ ਦੇ। ਇਹ ਵੇਖੋ ਚੱਕ ਦੇ ਵਿੱਚ ਸਾਡੇ ਮੋਟਰਸਾਈਕਲ ਨਾ ਖੜ, ਤੂੰ ਆਪਣਾ ਮੋਟਰਸਾਈਕਲ ਲੈ ਕੇ ਜਾ। ਇਹ ਉਹ ਬੱਕਰੀਆਂ ਨੇ ਮਤਲਬ ਚੱਕ ਦੇ ਵਿੱਚ ਤੁਹਾਨੂੰ ਦੱਸਿਆ ਕਿ ਇਹ ਬੜਾ ਇੱਕ ਜ਼ਬਰਦਸਤ ਬੈਨੀਫਿਟ ਹੈ ਮਾਲ ਵਾਸਤੇ ਕਿ ਹੁਣ ਇੱਥੇ ਕੋਈ ਪੱਠੇ ਛੱਟੇ ਕੋਈ ਨਹੀਂ ਬੀਜੇ। ਅੱਲਾਹ ਪਾਕ ਨੇ ਬਾਰਿਸ਼ ਪਾਈ ਹੈ ਤੇ ਉਹਦੇ ਤੇ ਇਹ ਜਾਨਵਰ ਵਗੈਰਾ ਫਿਰ ਰਹੇ ਨੇ, ਉਹ ਖਾ ਖੂ ਰਹੇ ਨੇ। ਕੁਛ ਬੱਕਰੀਆਂ ਹੈ ਉਹ ਪਰਲੀ ਸਾਈਡ ਤੇ ਨੇ ਤੇ ਕੁਛ ਬੱਕਰੀਆਂ ਯਾਨੀ ਕਿ ਇੱਥੇ ਆ ਗਈਆਂ ਨੇ, ਕੁਛ ਬੱਕਰੀਆਂ ਸੂਈਆਂ ਨੇ, ਵਿੱਚ ਬੱਕਰੇ ਨੇ। ਯਾਨੀ ਕਿ ਆਪਣਾ ਉਹਨੇ ਨਿਜ਼ਾਮ ਜ਼ਬਰਦਸਤ ਚਲਾਇਆ ਤੇ ਯਾਨੀ ਕਿ ਜਿਹੜੇ ਉਹ ਮੁਸ਼ਕਲਾਂ 'ਚੋਂ ਗੁਜ਼ਰਿਆ ਤੇ ਉਹ ਮੁਸ਼ਕਲਾਂ ਉਹਦੇ ਵਾਸਤੇ ਹੁਣ ਨਹੀਂ ਹੈ, ਹੁਣ ਆਸਾਨੀਆਂ ਹੀ ਨੇ। ਤੇ ਅੱਲਾਹ ਪਾਕ ਹਰ ਕਿਸੇ ਨੂੰ ਜੀ ਤਰੱਕੀਆਂ ਦੇ, ਅੱਲਾਹ ਪਾਕ ਹਰ ਕਿਸੇ ਨੂੰ ਬਹੁਤਾ ਦੇ, ਸਾਡੀ ਦਿਲੀ ਤੌਰ ਤੇ ਦੁਆ ਹੈ। ਹੁਣ ਉਹ ਭਾਈ ਮਤਲਬ ਗਿਆ, ਉਹ ਮੋਟਰਸਾਈਕਲ ਤੇ ਜਾ ਰਿਹਾ ਬੋਤਲ ਲੈਣ ਵਾਸਤੇ, ਕਿਉਂਕਿ ਇੱਥੋਂ ਸੌਖਾ ਨਹੀਂ। ਮਤਲਬ ਚੱਕ ਦੇ ਵਿੱਚ ਹੈ ਵੇ ਕਿਹੜੀਆਂ ਦੁਕਾਨਾਂ ਨੇੜੇ ਇੱਥੇ ਹੈ ਨੇ, ਦੁਕਾਨਾਂ ਨੇੜੇ ਹੋਣ ਤਾਂ ਫੇਰ ਤੇ ਹੈ ਵੇ। ਬੋਤਲ ਲੈਣ ਜਾ ਰਿਹਾ ਸਾਡੇ ਵਾਸਤੇ, ਫਿਰ ਬੋਤਲ ਆਂਦੀ, ਫਿਰ ਅਸੀਂ ਪੀਂਦੇ ਹਾਂ। ਪੀਣ ਤੋਂ ਬਾਅਦ ਫਿਰ ਉਹਨੂੰ ਖੈਰ ਬਾਤ ਦੇਵਾਂਗੇ ਤੇ ਫਿਰ ਅਸੀਂ ਆਪਣਾ ਮਤਲਬ ਘਰ ਵਾਸਤੇ ਰਵਾਨਾ ਹੋਵਾਂਗੇ। ਮੈਂ ਤੇ ਦੁਕਾਨ ਤੇ ਜਾਣਾ ਤੇ ਦੀਲ ਹੋਰੀ ਪਰਾਂ ਘਰ ਚਲੇ ਜਾਣਗੇ। ਉਹਨਾਂ ਨੇ ਫਿਰ ਇੱਕ ਬੜਾ ਹੋਰ ਸੈਟਅਪ ਤੁਹਾਨੂੰ ਦਿਖਾਉਣਾ ਵਾ, ਯਾਨੀ ਕਿ ਆਪਣਾ ਯਾਨੀ ਕਿ ਡੰਗਰਾਂ ਵਾਸਤੇ ਜਿਹੜਾ ਬਣਾਇਆ। ਡੰਗਰ ਤੇ ਉਹਨਾਂ ਲਹਿਦਾ ਬੰਨੇ ਹੁੰਦੇ ਨੇ, ਪਰਾਂ ਬੰਨੇ ਨੇ, ਕੁਛ ਆ ਬੰਨੇ ਨੇ। ਫਿਰ ਉਹਨਾਂ ਨੇ ਇਹ ਬੱਕਰੀਆਂ ਵਾਸਤੇ ਇੱਕ ਮਤਲਬ ਉਹ ਬਣਾਇਆ ਹੈ, ਇਹਨੂੰ ਕੀ ਕਹਿ ਸਕਦੇ ਅਸੀਂ ਕਿ ਉਹਨਾਂ ਨੂੰ ਡੱਕਣ ਵਾਸਤੇ, ਜਿਹਨੂੰ ਖੁੱਡਾ ਕਹਿ ਲਓ ਜਾਂ ਜਿਸ ਤਰ੍ਹਾਂ ਵੀ ਤੁਸੀਂ ਜਿਹੜੀ ਜ਼ੁਬਾਨ 'ਚ ਤੁਸੀਂ ਸਮਝਦੇ ਹੋ ਉਹ ਕਹਿ ਲਓ। ਯਾਨੀ ਕਿ ਇੱਥੋਂ ਬੱਕਰੀਆਂ ਥੱਲੋਂ ਵੜਨਗੀਆਂ, ਬੱਕਰੀਆਂ ਵੜਨ ਤੋਂ ਬਾਅਦ ਜੀ ਉਹ ਇਹ ਸਾਈਡ ਤੋਂ ਉੱਧਰ ਨੂੰ ਆਪਣਾ ਸੈਟਅਪ ਨਾਲ ਰਹਿ ਸਕਦੀਆਂ ਨੇ। ਬੱਕਰੀਆਂ ਨੂੰ ਯਾਨੀ ਕਿੱਲਿਆਂ 'ਤੇ ਬੰਨ੍ਹਣ ਦੀ ਕੋਈ ਜ਼ਰੂਰਤ ਨਹੀਂ ਹੈ। ਯਾਨੀ ਕਿ ਤੁਸੀਂ ਅਗਰ ਕਿੱਲਿਆਂ 'ਤੇ ਬੰਨ੍ਹਣਾ ਚਾਹੋ ਉਹਦੀ ਕੋਈ ਜ਼ਰੂਰਤ ਕੋਈ ਨਹੀਂ। ਤੁਸੀਂ ਇਸ ਮਤਲਬ ਜਿਹੜੀ ਚੀਜ਼ ਇਹਦੇ ਵਾਸਤੇ ਬੰਨ੍ਹ ਕੇ ਵਿੱਚ ਡੱਕ ਕੇ ਬਾਹਰੋਂ ਕੁੰਡੀ ਲਾ ਦਿਓ। ਇਹ ਹੁਣ ਇਹਨਾਂ ਨੇ ਗਾਵਾਂ ਲਈਆਂ ਨੇ, ਕੁਛ ਗਾਵਾਂ ਬਾਹਰਾਂ ਬੰਨੀਆਂ ਨੇ। ਮੇਰੇ ਖਿਆਲ ਨਾਲ ਇਹ ਪਤਾ ਨਹੀਂ ਉਰਲੀ ਸਾਈਡ ਨੇ ਕਿਉਂ ਬੰਨੀਆਂ ਨੇ, ਕਿਉਂਕਿ ਇਹ ਨੇ ਆ ਛੋਟੇ ਜਾ ਨੇ ਇਹ, ਕਿਉਂਕਿ ਤਾਜ਼ੀਆਂ ਗਾਵਾਂ ਸੂਈਆਂ ਨੇ। ਮੇਰੇ ਖਿਆਲ ਨਾਲ ਇਹਨਾਂ ਤਾਂ ਉਹ ਡੰਗਰਾਂ 'ਚ ਨਹੀਂ ਬੰਨੀਆਂ, ਉਹਨਾਂ ਲਹਿਦਾ ਬੰਨਿਆ, ਕਿਉਂਕਿ ਤਾਜ਼ਾ ਜਿਹੜਾ ਮਤਲਬ ਜਾਨਵਰ ਸੋਇਆ ਹੁੰਦਾ ਉਹ ਤੁਹਾਨੂੰ ਪਤਾ ਹੀ, ਫਿਰ ਉਹਦੀ ਰਾਖੀ ਰੱਖਣੀ ਪੈਂਦੀ ਹੈ, ਜਾ ਦੀ ਰਾਖੀ ਰੱਖਣੀ ਪੈਂਦੀ ਹੈ। ਫਿਰ ਸਾਰਾ ਸੈਟਅਪ ਜਿਵੇਂ ਹੁੰਦਾ ਨਾਲ ਉਹ ਹੈ ਵੇ। ਉਹਨਾਂ ਸ਼ਰੀਂ ਵੱਢ ਕੇ ਟੋਕੇ ਰੱਖੇ ਨੇ ਬਾਲਣ ਬੁਲਣ ਵਾਸਤੇ। ਸਾਨੂੰ ਮੁਸੀਬਤ ਹੁੰਦੀ ਸ਼ਹਿਰ ਦੇ ਵਿੱਚ ਕਿ ਯਾਰ ਸਿਲੰਡਰ ਭਰਾਓ, ਸਿਲੰਡਰ ਬਗੈਰ ਰੋਟੀ ਨਹੀਂ ਪੱਕਦੀ। ਇੱਥੇ ਇਹ ਵੇ ਕਿ ਟੈਨਸ਼ਨ ਨਹੀਂ ਹੈ ਕਿਸੇ ਕਿਸਮ ਦੀ ਵੀ, ਬੰਦਾ ਜਿਹੜਾ ਨਾ ਸਕੂਨ ਦੇ ਨਾਲ ਰੋਟੀ ਪਕਾ ਸਕਦਾ ਬਾਲਣ ਤੇ, ਆਪਣਾ ਘਰ ਦਾ ਨਿਜ਼ਾਮ ਜਿਵੇਂ ਵੀ ਹੈ ਉਹ ਆਸਾਨੀ ਨਾਲ ਮਤਲਬ ਚਲਾ ਸਕਦਾ। ਯਾਨੀ ਕਿ ਸ਼ਹਿਰੀ ਜ਼ਿੰਦਗੀ ਤੋਂ ਬਿਹਤਰ ਮੇਰੇ ਖਿਆਲ ਨਾਲ ਤੁਹਾਡੀ ਚੱਕ ਵਾਲੀ ਜ਼ਿੰਦਗੀ। ਜਿਸ ਤਰ੍ਹਾਂ ਕਿ ਅਸੀਂ ਵੀਵਰਸ ਬੈਠੇ ਸਾਂ ਤੇ ਬੰਦੇ ਨੇ ਮੋਟਰਸਾਈਕਲ ਲਿਜਾ ਕੇ ਬੜੀ ਕਾਵਸ਼ਾਂ ਦੇ ਨਾਲ ਬੋਤਲ ਲੈਂਦੀ ਹੈ, ਨਾਲ ਉਹਨੇ ਨਿੰਮਕੋ ਲਿਆਂਦੀ ਹੈ। ਅਸੀਂ ਇਹ ਬੋਤਲ ਪੀ ਰਹੇ ਹਾਂ, ਨਾਲ ਅਦੀਲ ਭਾਈ ਹੋਰੀ ਸ਼ਰਾਜ਼ ਭਾਈ ਨਿੰਮਕੋ ਖਾ ਰਹੇ ਨੇ। ਉਹ ਬੜੀ ਹੀ ਮਤਲਬ ਮੁਸ਼ਕਲ ਦੇ ਨਾਲ ਇਹ ਕੋਈ ਕੰਪਨੀ ਰੈਂਗੋ ਨੈਕਸਟ ਵਾਲਿਆਂ ਦੀ ਬੋਤਲ ਜੀ ਗਾਇਜ਼। ਇਹ ਬੋਤਲ ਹੈ ਮਤਲਬ ਸ਼ੀਸ਼ੇ ਦਾ ਗਲਾਸ, ਕਿਉਂਕਿ ਉਹਦੇ ਕੋਲ ਨਹੀਂ ਹੈ, ਜਿਹਦੀ ਵਜ੍ਹਾ ਤੋਂ ਕਿ ਸਿਲਵਰ ਦੇ ਗਲਾਸ 'ਚ ਬੋਤਲ, ਯਾਨੀ ਕਿ ਪੁਰਾਣੇ ਜ਼ਮਾਨੇ ਤੁਹਾਨੂੰ ਪਤਾ ਹੈ ਕਿ ਸਿਲਵਰ ਦੇ ਗਲਾਸ 'ਚ ਹੀ ਬੋਤਲ ਪੀਦੀ ਹੁੰਦੀ ਸੀ। ਦਿਹਾਤਾਂ ਇਹ ਵੀ ਇਦਾਂ ਹੀ ਹੋ ਰਿਹਾ ਵਾ ਤੇ ਜ਼ੈਕਾ ਅੱਛਾ ਹੈ, ਸ਼ਰਾਜ਼ ਭਾਈ ਲਓ ਤੇ ਸ਼ੁਕਰ ਬੋਤਲ ਲੱਭ ਗਈ, ਕਿਉਂਕਿ ਯਾਰ ਇਹ ਇਲਾਕਾ ਬੈਕਵਰਡ ਏਰੀਆ। ਇੱਥੇ ਬੋਤਲ ਹੁਣ ਬੰਦਾ ਤਕਰੀਬਨ 17 ਤੋਂ 18 ਕਿਲੋਮੀਟਰ ਸਫ਼ਰ ਕਰਕੇ ਬੋਤਲ ਲੈ ਕੇ ਆਇਆ। ਇਹਨਾਂ ਦੇ ਬਣ ਜਾਂਦਾ ਘੜੇ ਦਾ ਪਾਣੀ ਪਿਆ ਵਾ, ਉਹਨੇ ਸਾਨੂੰ ਅਗੇ ਠੰਡਾ ਪਾਣੀ ਦਿੱਤਾ ਭਾਈ, ਲਿਹਾਜ਼ਾ ਅਸੀਂ ਪਾਣੀ ਪੀਤਾ। ਲੇਕਿਨ ਹੁਣ ਬੋਤਲ ਪੀ ਰਹੇ ਹਾਂ। ਸ਼ਰਾਜ਼ ਭਾਈ ਪੂਰਾ ਇੰਜੋਏ ਕਰ ਰਹੇ ਨੇ ਬੋਤਲ। ਕੈਸੀ ਬੋਤਲ ਭੈਣ? ਬਹੁਤ ਮਜ਼ੇ ਯਾਰ ਇਹ ਸੀਰੀਅਸ ਨਹੀਂ ਲੈਣਾ, ਕਿਉਂਕਿ ਬੋਤਲ ਇੱਥੋਂ ਇਹੋ ਜਿਹੀ ਲੱਭੀ, ਕਿਉਂਕਿ ਮਾਹੌਲ ਦੇ ਹਿਸਾਬ ਨਾਲ ਯਾਨੀ ਕਿ ਸਾਰਾ ਸਿਸਟਮ ਹੁੰਦਾ। ਤੇ ਸਾਡੇ ਭਾਈ ਹੋਰੀ ਵੇਖੋ ਤੁਸੀਂ ਉਹ ਕਪੜਾ ਲੈ ਕੇ ਬੈਠੇ ਨੇ ਕਿ ਯਾਨੀ ਕਿ ਉਹ ਕਹਿੰਦਾ ਕਿ ਮੇਰੀ ਵੀਡੀਓ ਵਿੱਚ ਆਈ ਨਾ, ਕਿ ਮੇਰਾ ਉਸਤਾਦ ਵੇਖਿਆ ਕਿ ਪਤਾ ਨਹੀਂ ਕੀ ਉਹਨੇ ਆਖਣਾ ਤੇ ਕੀ ਨਹੀਂ। ਤੇ ਬਾਕੀ ਜੋ ਵੀ ਫਿਰ ਬਾਕੀ ਗੱਲ ਕਰਨੇ, ਅਸੀਂ ਜਾਣਾ ਕਮਾਦਲ ਨੂੰ ਤੇ ਬਾਕੀ ਇਹ ਭਾਈ ਬੱਕਰੀਆਂ ਵਾਸਤੇ ਬੜਾ ਬਣਾਇਆ ਆ, ਤੁਹਾਨੂੰ ਵੀ ਵਿਖਾਈ। ਇਹ ਚਿੱਟਾ ਜਿਹੜਾ ਕਾਲਾ ਵੱਛਾ ਹੈ ਇਹ ਇਸ ਗਾਂ ਦਾ ਜਿਹੜੀ ਦਿਖਾਈ ਹੈ? ਨਹੀਂ ਭਾਈ ਇਹ ਨਾ ਮੰਡੀ ਤੋਂ ਲਿਆਂਦਾ ਸੀ ਮੁੱਲ, ਉਹ ਦੂਸਰਾ ਬੱਚਾ ਹੈ ਇਸ ਗਾਂ ਦਾ। ਅੱਛਾ ਹਾਂਜੀ। ਤੇ ਉਹ ਜਿਹੜੀ ਤਾਜ਼ੀ ਗਾਂ ਹੁਣ ਸੂਈ ਉਹ ਵਾਲੀ ਉਹਦਾ ਹੋ ਜੇ ਸਹੀ ਹੋ ਗਿਆ। ਨਹੀਂ ਤੇ ਇਹ ਜਿਹੜਾ ਅੱਗੇ ਮੈਂ ਵੀਵਰ ਨੂੰ ਦੱਸਿਆ ਕਿ ਮੈਂ ਕਿਹਾ ਯਾਰ ਦਿਹਾਤ ਦੇ ਵਿੱਚ ਨਾ ਇਹ ਇੱਕ ਬੜਾ ਸੈਟਅਪ ਹੈ
ਜੀ ਇਹ ਨਾ ਭਾਈ ਬੱਕਰੀਆਂ ਨੂੰ ਨਾ ਰੱਸੀਆਂ ਬੰਨਣ ਪਾਣ ਤੋਂ ਆਜ਼ਾਦ ਮਾਹੌਲ ਮਤਲਬ ਕਿ ਬੰਦੇ ਆਪੇ ਜ਼ਿੰਦਗੀ ਤੁਹਾਨੂੰ ਪਤਾ ਦੌਰ ਆ ਰਿਹਾ ਨਾ ਹਰ ਚੀਜ਼ ਦਾ ਜੀ ਜੀ ਨਹੀਂ ਇਹ ਬੜਾ ਇੱਕ ਜ਼ਬਰਦਸਤ ਸੈਟਅਪ ਹੈ ਨਾ ਜਿਹਦੇ ਤੇ ਮਤਲਬ ਕਿੱਲੇ ਹੀ ਨਹੀਂ ਲੱਗਦੇ ਪੈਂਦੀਆਂ ਨਾ ਕਿੱਲੇ ਨਾ ਰੱਸੀਆਂ ਇਹ 2 ਭੇਡੂ ਤੇ ਡੱਕੇ ਗਏ ਨੇ ਅੰਦਰ ਤੇ ਬੱਕਰੀਆਂ ਫਿਰ ਤੁਸੀਂ ਸ਼ਾਮੀ ਆਪੇ ਡੱਕ ਲਿਓ ਜੀ ਬੱਕਰੀਆਂ ਵੀ ਕਰ ਰਹੀਆਂ ਨੇ ਨਹਿਰ ਤੇ ਅੱਛਾ ਅੱਛਾ ਬੜੀ ਬੱਕਰੀਆਂ ਖਾ ਲਈ ਪਈ ਬੱਕਰੀ ਸਹੀ ਹੋ ਗਿਆ ਇਹ ਭਾਈਜਾਨ ਉਹਨਾਂ ਦੀ ਫਸਲ ਬੀਜੀ ਕੋਰੀਅਨ ਘਾਹ ਬੀਜਿਆ ਠੀਕ ਹੈ ਤੇ ਨਹਿਰੀ ਰਕਬਾ ਤੁਸੀਂ ਵੇਖੋ ਖਾਲੀਆਂ ਜ਼ਬਰਦਸਤ ਯਾਨੀ ਕਿ ਚਕਨਾਹਟ ਫੁੱਲ ਹੈ ਹਾਂਜੀ ਉਹ ਕਹਿ ਰਹੇ ਕਿ ਵੀ ਖਾਲੇ ਛਾਂਗੇ ਨੇ ਕਿਉਂਕਿ ਬਈ ਜ਼ਿਮੀਂਦਾਰੀ ਆ ਬੜਾ ਮੁਸ਼ਕਲ ਹੈ ਆਸਾਨ ਨਹੀਂ ਹੈ ਇਹਨੂੰ ਕਰਨ ਵਾਸਤੇ ਇੱਕ ਬੜਾ ਵੱਡਾ ਸਮਝ ਲਓ ਇੱਕ ਅੰਪਾਇਰ ਚਾਹੀਦਾ ਜਿਹਦੇ ਤੋਂ ਮਜ਼ਬੂਤ ਰਹਿਣਾ ਕਿਉਂਕਿ ਹੁਣ ਇੱਕ ਕਾਰੋਬਾਰ ਹੈ ਵਿੱਚ ਜਿਹੜਾ ਕਿ ਤੁਸੀਂ ਕੋਈ ਸ਼ੈ ਵੇਚ ਲੈਣੀ ਹੈ ਵੇਚਣ ਤੋਂ ਬਾਅਦ ਤੁਹਾਡਾ ਸਾਰਾ ਸਿਸਟਮ ਜ਼ਬਰਦਸਤ ਹੈ ਲੇਕਿਨ ਫਸਲ ਇੱਕ ਐਸੀ ਸ਼ੈ ਜਿਹਦੇ ਵਿੱਚ ਹੁਣ ਨੁਕਸਾਨ ਵੀ ਬਰਦਾਸ਼ਤ ਕਰਨਾ ਪੈਂਦਾ ਹੈ ਔਰ ਫਾਇਦਾ ਵੀ ਉਹਦੇ 'ਚ ਹੈ ਵੇ ਕਿਉਂਕਿ ਹੁਣ ਇਹ ਤਾਂ ਨਹੀਂ ਜ਼ਰੂਰੀ ਕਿ ਯਾਰ ਅਗਰ ਅਸੀਂ ਹੁਣ ਸਾਡੇ ਇਸ ਜਗ੍ਹਾ ਤੇ ਤਿਲੀ ਯਾਨੀ ਕਿ ਬਹੁਤ ਹੀ ਅੱਛੇ ਰੇਟ ਤੇ ਵਿਕ ਰਹੀ ਹੈ ਕਿਉਂਕਿ ਸਿਰਫ ਤਿਲੀ ਹੈ ਹੀ ਸਾਡੇ ਕੋਲ ਬਾਕੀ ਸਾਰੇ ਇਲਾਕਿਆਂ 'ਚ ਸਲਾਬ ਵਗੈਰਾ ਆਉਣ ਦੀ ਵਜ੍ਹਾ ਤੋਂ ਸਾਰਾ ਸਿਸਟਮ ਹੋਇਆ ਤੇ ਅਸੀਂ ਹੁਣ ਗੱਪਸ਼ਪ ਮਾਰਨ ਦੇ ਬਾਅਦ ਹੁਣ ਅਸੀਂ ਨਿਕਲਣ ਦੀ ਤਿਆਰੀ ਕਰ ਰਹੇ ਹਾਂ ਕਿ ਅਸੀਂ ਹੁਣ ਵਾਪਸੀ ਘਰ ਨੂੰ ਜਾਈਏ ਕਿਉਂਕਿ ਪਿੱਛੋਂ ਕਾਲਾਂ ਵਗੈਰਾ ਆ ਰਹੀਆਂ ਨੇ ਦੁਕਾਨ ਤੋਂ ਵੀ ਬਾਬੇ ਨੇ ਨਮਾਜ਼ ਤੇ ਜਾਣਾ ਤੇ ਬਾਕੀ ਜਿਹੜੀ ਗੱਲ ਹੋਏ ਕਿ ਗਾਇਜ਼ ਅਸੀਂ ਹੁਣ ਹਾਂਜੀ ਦਿਲ ਭਾਈ ਹੁਣ ਚੱਲਨੇ ਆ ਤੇ ਉਸ ਤੋਂ ਬਾਅਦ ਠੀਕ ਹੋ ਗਿਆ ਮੁਸੱਵਰ ਭਾਈ ਅੱਲਾਹ ਪਾਕ ਖੈਰ ਕਰੇ ਸਾਰੀ ਗੱਲ ਯਾਰ ਠੀਕ ਹੈ ਫਿਰ ਮਿਲੋ ਮੁਸੱਵਰ ਭਾਈ ਨੂੰ ਤੇ ਬਾਕੀ ਇਨਸ਼ਾਅੱਲਾ ਤਾਲਾ ਫਿਰ ਜਿਸ ਤਰ੍ਹਾਂ ਤੁਸੀਂ ਕਿੱਥੇ ਜਾ ਰਹੇ ਹੋ ਨਹੀਂ ਨਹੀਂ ਇਧਰੋਂ ਚੱਲਨੇ ਆ ਮੋਟਰਸਾਈਕਲ ਮੈਂ ਚਲਾਣਾ ਵਾ ਫਿਰ ਤੂੰ ਚਲਾਏਗਾ ਯਾਰ ਅੱਗੇ ਵਗਰਾ ਨਾ ਕਰੀ ਨਾ 2-3 ਦਫਾ ਡਿੱਗਾ ਇਧਰੋਂ ਸਾਈਡ ਜਾਂਦੇ ਆ ਨਾ ਨਹੀਂ ਭਾਈ ਇਧਰੋਂ ਨਾ ਆਪਣਾ ਠੀਕ ਕਰੋ ਕੀ ਵੀਵਰ ਅਸੀਂ ਹੁਣ ਜਾ ਰਹੇ ਹਾਂ ਠੀਕ ਹੋ ਗਿਆ ਮੁਸੱਵਰ ਭਾਈ ਇਹ ਬੜੇ ਸ਼ਰਮਾ ਰਹੇ ਨੇ ਪਤਾ ਨਹੀਂ ਮੈਨੂੰ ਕੁਝ ਸਮਝ ਨਹੀਂ ਆ ਰਹੀ ਕੀ ਵਜ੍ਹਾ ਕੀ ਨਹੀਂ ਹੈ ਤੇ ਅਸੀਂ ਹੁਣ ਉਹਨਾਂ ਦੀ ਕਾਲ ਆ ਰਹੀ ਹੈ ਵਸੀਮ ਹੋਰਾਂ ਦੀ ਬੰਦਿਆਂ ਦੀ ਕਾਲ ਆ ਰਹੀ ਹੈ ਅਸੀਂ ਹੁਣ ਜਾ ਕੇ ਮਿਲਨੇ ਤੁਹਾਨੂੰ ਸੀਐਨਜੀ